वेस्ट करते हुए मैं प्रदीप भाई ਨੂੰ ਬੁਲਾਉਣਾ ਚਾਹਾਂਗਾ ਕਿ ਅੱਜ ਦਾ ਜੋ ਵੀ ਥੀਮ ਹੈ, ਜੋ ਵੀ ਪ੍ਰਭੂ ਦਾ ਵਚਨ ਹੈ ਉਹ ਸਾਨੂੰ ਦੱਸਣਾ ਚਾਹੁੰਦੇ ਨੇ। तो प्लीज ਭਾਜੀ ਆਓ ਤੇ ਸਾਨੂੰ ਆਪਣੇ ਜੋ ਵੀ ਅੱਜ ਦਾ ਟੌਪਿਕ ਹੈ ਉਹਦੇ ਬਾਰੇ ਦੱਸੋ। आओ उसी सारे रल के अपने अखा ਨੂੰ ਬੰਦ ਕਰੀਏ। ਖਾਸ ਕਰ ਜੋ ਵੀ ਅੱਜ ਦਾ ਵਚਨ ਅਸੀਂ ਪੜਨ ਜਾ ਰਹੇ ਹਾਂ, ਜੋ ਵੀ ਵਚਨ ਅਸੀਂ ਸੁਣਨ ਜਾ ਰਹੇ ਹਾਂ, ਉਹ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਦੇ ਮੁਤਾਬਿਕ ਹੋਵੇ। ਅਸੀਂ ਖਾਸ ਕਰ ਪਵਿੱਤਰ ਆਤਮਾ ਦੇ ਅੱਗੇ ਪ੍ਰਾਰਥਨਾ ਕਰੀਏ ਕਿ ਪਵਿੱਤਰ ਆਤਮਾ, ਜਿਸ ਤਰ੍ਹਾਂ ਤੂੰ ਪੈਂਤੇਕੋਸਤ ਦੇ ਦਿਨ ਚੇਲਿਆਂ ਦੇ ਉੱਤੇ ਉਤਰਿਆ, ਉਸੇ ਤਰ੍ਹਾਂ ਅੱਜ ਤਾਂ ਕਿ ਅਸੀਂ ਖੁਦਾ ਦੇ ਵਚਨ ਨੂੰ ਸਮਝ ਸਕੀਏ, ਖੁਦਾ ਦੇ ਵਚਨ ਨੂੰ ਸੁਣ ਸਕੀਏ, ਔਰ ਜੋ ਵੀ ਪ੍ਰਭੂ ਸਾਨੂੰ ਇਸ ਵਚਨ ਦੇ ਦੁਆਰਾ ਮੈਸੇਜ ਦੇ ਰਿਹਾ, ਉਸ ਮੈਸੇਜ ਨੂੰ ਸਮਝ ਸਕੀਏ। ਅਸੀਂ ਆਪਣੇ ਆਪ ਨੂੰ, ਆਪਣੇ ਮਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਵਿੱਚ ਸਮਰਪਿਤ ਕਰਦੇ ਹੋਏ ਸਲਾਮ ਹੈ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ। ਆਮੀਨ। ਸੋ ਸਾਰਿਆਂ ਨੂੰ ਜੈ ਯਿਸੂ ਦੀ। ਜੈ ਯਿਸੂ ਦੀ। ਸਾਰੇ ਆਪਣੀ ਆਪਣੀ ਬਾਈਬਲ ਨਾਲ ਲੈ ਕੇ ਆਏ ਨੇ ਕਿ ਨਹੀਂ? ਜਿਹਦੇ ਕੋਲ ਹੈ ਪਲੀਜ਼ ਦਿਖਾਓ। ਜਿਹੜਾ ਖੁਦਾ ਨੇ ਤੁਹਾਨੂੰ ਲਵ ਲੈਟਰ ਦਿੱਤਾ, ਉਹ ਲਵ ਲੈਟਰ ਦਿਖਾਓ। ਕਿਹਦੇ ਕੋਲ ਹੈ, ਕਿਹਦੇ ਕੋਲ ਨਹੀਂ ਹੈ। ਮਤਲਬ ਜਿਨ੍ਹਾਂ ਦੇ ਕੋਲ ਨਹੀਂ ਹੈ, ਸੁਮਿਨ ਇੱਦਾਂ ਦਾ ਕਰ ਰਿਹਾ, ਇਹਦਾ ਮਤਲਬ ਸੁਮਿਨ ਦੇ ਕੋਲ ਲਵ ਲੈਟਰ ਲਈ ਪਹੁੰਚਿਆ ਨਹੀਂ ਹੈ, ਜਾਂ ਉਹ ਕਿਤੇ ਰੱਖ ਬੈਠੇ ਨੇ। ਓਕੇ, ਠੀਕ ਹੈ। ਸੋ ਪੰਜਾਬੀ ਦੇ ਵਿੱਚ ਮਤਲਬ ਮੇਰੇ ਕੋਲ ਚਲੋ ਥੋੜਾ ਆਪਾਂ ਪੰਜਾਬੀ ਦੇ ਵਿੱਚ ਪੜ੍ਹਨਾ ਵਾ। ਐਕਸ ਰਸੂਲਾਂ ਦਾ ਕਰਤੱਵ, ਉਸਦਾ 2 ਬਾਬ 42 ਤੋਂ 47, 42 ਤੋਂ 47 ਐਤ। ਰਸੂਲਾਂ ਦਾ ਕਰਤੱਵ 2 ਬਾਬ 42 ਤੋਂ 47 ਐਤ। ਸੋ ਜਿਨ੍ਹਾਂ ਦੇ ਕੋਲ ਇਸ ਟਾਈਮ ਬਾਈਬਲ ਨਹੀਂ ਹੈ, ਬੜੇ ਧਿਆਨ ਨਾਲ ਸੁਣਨਾ। ਔਰ ਵੈਸੇ ਤਾਂ ਘਰੇ ਹੀ ਆ, ਸਾਰੇ ਲੈ ਕੇ ਵੀ ਆ ਸਕਦੇ ਆ। 2 ਮਿੰਟ ਦਾ ਟਾਈਮ ਆ, ਜੇ ਤੁਸੀਂ ਲੈ ਕੇ ਆਪਣੇ ਉਠਾ ਕੇ ਲਿਆਓ ਤਾਂ ਬਹੁਤ ਵਧੀਆ ਰਹੇਗਾ। ਸਾਰੇ ਆਪਣੀ ਬਾਈਬਲ ਆਪਣੇ ਕੋਲ ਰੱਖੋ, ਸੋ ਦੈਟ ਕਿ ਜਦੋਂ ਪੜ੍ਹਿਆ ਜਾਵੇ, ਕਿਉਂਕਿ ਵਚਨ ਸੁਣਨ ਦੇ ਨਾਲ ਔਰ ਪੜ੍ਹਨ ਦੇ ਨਾਲ, ਜਦੋਂ ਇਹ ਦੋਨੋਂ ਕੰਨ ਔਰ ਸਾਡਾ ਬੋਲ, ਜਦੋਂ ਸਾਨੂੰ ਸਾਡੀ ਆਵਾਜ਼ ਸੁਣੇਗੀ ਔਰ ਦੂਸਰੇ ਦੀ ਅਸੀਂ ਸੁਣ ਰਹੇ ਹਾਂ, ਸਾਡੀਆਂ ਅੱਖਾਂ ਚੱਲੂਗੀਆਂ, ਕੰਸਨਟ੍ਰੇਸ਼ਨ ਜ਼ਿਆਦਾ ਕਰ ਪਾਵਾਂਗੇ, ਅਸੀਂ ਉਸਨੂੰ ਅਸੀਂ ਵਧੀਆ ਤਰੀਕੇ ਨਾਲ ਸਮਝ ਸਕਦੇ ਹਾਂ। ਸੋ ਸਾਰੇ ਰੈਡੀ ਆ ਆਪਣੇ ਬਾਈਬਲ ਦੇ ਨਾਲ? ਹਾਂਜੀ ਹਾਂਜੀ ਭਾਜੀ। 2 ਬਾਪ ਦੀ 47 ਐਤ, 42 ਤੋਂ ਲੈ ਕੇ 47 ਤੱਕ ਤਾਨੀਆਂ ਪੜਨ ਲੱਗੀ ਅੱਜ। ਸੋ ਅਸੀਂ ਪਹਿਲਾਂ ਤਾਨੀਆਂ ਦੀ ਸੁਣਾਂਗੇ। ਯਸ, ਤਾਨੀਆਂ। ਸੋ ਬੜੇ ਧਿਆਨ ਨਾਲ ਸਾਰਿਆਂ ਨੇ ਸੁਣਨਾ। ਉਹ ਸਭ ਬੜੀ ਸ਼ਰਧਾ ਨਾਲ ਪ੍ਰਮੁੱਖ ਚੇਲਿਆਂ ਤੋਂ ਸਿੱਖਿਆ ਲੈਂਦੇ, ਸਾਂਝਾ ਜੀਵਨ ਗੁਜ਼ਾਰਦੇ, ਸਾਂਝੇ ਲੰਗਰ ਵਿੱਚ ਖਾਂਦੇ ਪੀਂਦੇ ਅਤੇ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹਿੰਦੇ ਸਨ। ਸਭ ਭੈ ਭੀਤ ਸਨ, ਕਿਉਂਕਿ ਪ੍ਰਮੁੱਖ ਚੇਲਿਆਂ ਦੁਆਰਾ ਬਹੁਤ ਚਮਤਕਾਰ ਅਤੇ ਚਿੰਨ੍ਹ ਹੁੰਦੇ ਸਨ। ਸਾਰੇ ਵਿਸ਼ਵਾਸੀ ਇਕੱਠੇ ਰਹਿੰਦੇ ਸਨ ਅਤੇ ਉਹਨਾਂ ਦਾ ਸਭ ਕੁਝ ਸਾਂਝਾ ਸੀ। ਉਹ ਆਪਣੀ ਜਾਇਦਾਦ ਅਤੇ ਜੋ ਕੁਝ ਉਹਨਾਂ ਕੋਲ ਹੁੰਦਾ ਵੇਚ ਦਿੰਦੇ ਅਤੇ ਹਰ ਇੱਕ ਨੂੰ ਲੋੜ ਅਨੁਸਾਰ ਵੰਡ ਦਿੰਦੇ ਸਨ। ਹਰ ਦਿਨ ਉਹ ਇੱਕ ਮਨ ਹੋ ਕੇ ਮੰਦਿਰ ਵਿੱਚ ਇਕੱਠੇ ਹੁੰਦੇ ਸਨ, ਖੁਸ਼ੀ ਅਤੇ ਸੰਤੋਖ ਨਾਲ ਘਰਾਂ ਵਿੱਚ ਪ੍ਰੇਮ ਭੋਜ ਕਰਦੇ ਸਨ। ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਅਤੇ ਲੋਕਾਂ ਦੇ ਪ੍ਰੇਮ ਪਾਤਰ ਸਨ। ਪ੍ਰਭੂ ਪਰਮੇਸ਼ਵਰ ਮੁਕਤੀ ਪ੍ਰਾਪਤ ਕਰਨ ਵਾਲਿਆਂ ਨੂੰ ਹਰ ਦਿਨ ਉਹਨਾਂ ਵਿੱਚ ਮਿਲਾ ਦਿੰਦਾ ਸੀ। ਇਹ ਪ੍ਰਭੂ ਦੀ ਬਾਣੀ ਹੈ। ਸੋ ਸਾਰਿਆਂ ਨੇ ਧਿਆਨ ਨਾਲ ਸੁਣਿਆ? ਯਸ।
ਜਾਂ ਇੱਕ ਵਾਰ ਆਪਾਂ ਆਈ ਥਿੰਕ ਫਿਰ ਪੜ੍ਹ ਲੈਣਾ ਚਾਹੀਦਾ ਸੋ ਦੈਟ ਕਿ ਜਿਹਨਾਂ ਜਿਹੜੇ ਸ਼ਾਇਦ ਆਪਣੇ ਬਾਈਬਲ ਲੈ ਕੇ ਲੇਟ ਆਏ ਆ ਉਨੀ ਦੇਰ ਚ ਉਹ ਮਿਸ ਕਰ ਗਏ। ਸੋ ਕੌਣ ਪੜ੍ਹੇਗਾ? ਹੁਣ ਤਾਂ ਸਾਰਿਆਂ ਦੇ ਕੋਲ ਬਾਈਬਲ ਹੈ ਨਾ, ਕੌਣ ਪੜ੍ਹੇਗਾ? अलीशा, मोनिका, कौन पढ़ेगा? ਹਾਂਜੀ ਭਾਜੀ ਮੈਂ ਪੜ੍ਹਾਂ। हाँ, जे तुसी पढ़ सकते हो तो पढ़ो। 42 ਤੋਂ 47 ਹੈ। ਹਾਂਜੀ। या ਉਹ ਸਭ ਬੜੀ ਸ਼ਰਧਾ ਨਾਲ ਪ੍ਰਮੁੱਖ ਚੇਲਿਆਂ ਤੋਂ ਸਿੱਖਿਆ ਲੈਂਦੇ, ਸਾਂਝਾ ਜੀਵਨ ਗੁਜ਼ਾਰਦੇ, ਸਾਂਝੇ ਲੰਗਰ ਵਿੱਚ ਖਾਂਦੇ ਪੀਂਦੇ ਅਤੇ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹਿੰਦੇ ਸਨ। ਕਿਉਂਕਿ ਪ੍ਰਮੁੱਖ ਚੇਲਿਆਂ ਦੁਆਰਾ ਬਹੁਤ ਚਮਤਕਾਰ ਅਤੇ ਚਿੰਨ੍ਹ ਹੁੰਦੇ ਸਨ। ਸਾਰੇ ਵਿਸ਼ਵਾਸੀ ਇਕੱਠੇ ਰਹਿੰਦੇ ਸਨ ਅਤੇ ਉਹਨਾਂ ਦਾ ਸਭ ਕੁਝ ਸਾਂਝਾ ਸੀ। ਉਹ ਆਪਣੀ ਜਾਇਦਾਦ ਅਤੇ ਜੋ ਕੁਝ ਉਹਨਾਂ ਕੋਲ ਹੁੰਦਾ ਵੇਚ ਦਿੰਦੇ ਅਤੇ ਹਰ ਇੱਕ ਨੂੰ ਲੋੜ ਅਨੁਸਾਰ ਵੰਡ ਦਿੰਦੇ ਸਨ। ਹਰ ਦਿਨ ਉਹ ਇੱਕ ਮਨ ਹੋ ਕੇ ਮੰਦਰ ਵਿੱਚ ਇਕੱਠੇ ਹੁੰਦੇ ਸਨ। ਖੁਸ਼ੀ ਤੇ ਸੰਤੋਖ ਨਾਲ ਘਰਾਂ ਵਿੱਚ ਪ੍ਰੇਮ ਭੋਜ ਕਰਦੇ ਸਨ। ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਅਤੇ ਲੋਕਾਂ ਦੇ ਪ੍ਰੇਮ ਪਾਤਰ ਸਨ। ਪ੍ਰਭੂ ਪਰਮੇਸ਼ਵਰ ਮੁਕਤੀ ਪ੍ਰਾਪਤ ਵਾਲਿਆਂ ਨੂੰ ਹਰ ਦਿਨ ਉਹਨਾਂ ਵਿੱਚ ਮਿਲਾ ਦਿੰਦਾ ਸੀ। ਇਹ ਪ੍ਰਭੂ ਦੀ ਬਾਣੀ। ਦਾਦਾ ਸ਼ੁਕਰ ਹੋਵੇ। ਸੋ ਆਓ ਅਸੀਂ ਆਪਣੇ ਅੱਖਾਂ ਨੂੰ ਬੰਦ ਕਰੀਏ ਔਰ ਜੋ ਵੀ ਅਸੀਂ ਅੱਜ ਵਚਨ ਦੇ ਵਿੱਚੋਂ ਸੁਣਿਆ, ਜੋ ਵੀ ਵਚਨ ਜਾਂ ਕੋਈ ਪਰਟੀਕੂਲਰ ਸ਼ਬਦ ਖੁਦਾ ਦਾ ਵਚਨ ਸਾਡੇ ਮਨ ਨੂੰ ਛੂਹਿਆ ਹੈ, ਜੇ ਇਸ ਵਚਨ ਦੇ ਵਿੱਚੋਂ ਖੁਦਾ ਸਾਨੂੰ ਕੀ ਮੈਸੇਜ ਦੇ ਰਿਹਾ ਹੈ, ਅਸੀਂ ਉਸ ਮੈਸੇਜ ਨੂੰ ਸਮਝਣ ਦੀ ਪਵਿੱਤਰ ਆਤਮਾ ਦੇ ਅੱਗੇ ਪ੍ਰਾਰਥਨਾ ਕਰੀਏ। ਆਪਣੇ ਆਪ ਨੂੰ ਸ਼ਾਂਤ ਕਰੀਏ, ਆਪਣੇ ਅੱਖਾਂ ਨੂੰ ਬੰਦ ਕਰੀਏ ਔਰ ਆਪਣੇ ਮਨ ਦੇ ਵਿੱਚ ਪ੍ਰਾਰਥਨਾ ਕਰੀਏ ਕਿ ਹੈ ਪ੍ਰਭੂ, ਮੈਨੂੰ ਦੱਸ ਤੂੰ ਕੀ ਕਹਿਣਾ ਚਾਹੁੰਦਾ ਹੈ। हे प्रभु, ਮੈਨੂੰ ਦੱਸ ਕਿ ਤੂੰ ਮੈਨੂੰ ਕੀ ਕਹਿਣਾ ਚਾਹੁੰਦਾ ਹੈ। ਉਸ ਵਚਨ ਤੇ ਜੋ ਸੁਣਿਆ ਹੈ, ਉਸ ਵਚਨ ਤੇ ਸੋਚ ਵਿਚਾਰ ਕਰੀਏ। ਕੁਝ ਸਮੇਂ ਦੇ ਲਈ ਅਸੀਂ ਸ਼ਾਂਤ ਰਵਾਂਗੇ ਔਰ ਆਪਣੇ ਮਨ ਦੇ ਵਿੱਚ ਇਹੀ ਪ੍ਰਾਰਥਨਾ ਦੁਹਰਾਵਾਂਗੇ, हे प्रभु, ਮੈਨੂੰ ਦੱਸ ਕਿ ਤੂੰ ਮੈਨੂੰ ਕੀ ਕਹਿਣਾ ਚਾਹੁੰਦਾ ਹੈ। ਜੋ ਵੀ ਅੱਜ ਦਾ ਵਚਨ ਹੈ, आमीन। आमीन। Yes, Kuldeep, now you know the तो ਜਿਵੇਂ ਕਿ ਪ੍ਰਦੀਪ ਭਾਈ ਨੇ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਅੱਜ ਦਾ ਵਚਨ ਵਿੱਚੋਂ ਹੈ, ਸੋ ਅੱਜ ਦਾ ਵਚਨ ਅਸੀਂ ਸਾਰਿਆਂ ਨੇ ਸੁਣਿਆ, ਪੜ੍ਹਿਆ ਵੀ ਆਪਣੀ ਆਪਣੀ ਬਾਈਬਲ ਵਿੱਚੋਂ। ਮੈਨੂੰ ਲੱਗਦਾ ਨਹੀਂ ਕਿ ਮੈਨੂੰ ਹਰ ਵਾਰ ਦੱਸਣ ਦੀ ਲੋੜ ਆ, ਕਿਉਂਕਿ ਹੁਣ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੀ ਕਰਨਾ ਅੱਗੇ। ਸੋ ਜਿਸ ਕਿਸੇ ਨੂੰ ਵੀ ਜਿਹੜਾ ਵੀ ਸ਼ਬਦ, ਜਿਹੜਾ ਵੀ ਵਚਨ, ਕੋਈ ਇੱਕ ਸੈਂਟੈਂਸ ਜਾਂ ਇੱਕ ਵਾਕਿਆ ਜਾਂ ਇੱਕ ਸ਼ਬਦ ਛੋਟਾ ਜਿਹਾ ਵੀ ਟੱਚ ਕੀਤਾ ਹੈ, ਜਾਂ ਤੁਸੀਂ ਕੀ ਸਮਝਦੇ ਹੋ, ਜਾਂ ਤੁਹਾਡੀ ਲਾਈਫ 'ਚ ਇਹਦਾ ਕੀ ਮਹੱਤਵ ਹੈ, ਉਹ ਤੁਸੀਂ ਸ਼ੇਅਰ ਕਰਨਾ ਹੈ, ਤੁਸੀਂ ਦੱਸਣਾ ਹੁਣ। ਤੇ ਜਿਹਨੂੰ ਵੀ ਪਵਿੱਤਰ ਆਤਮਾ ਅਗਵਾਈ ਕਰਦਾ ਹੈ ਕਿ ਇੰਸਪਾਇਰ ਕਰਦਾ ਹੈ ਕਿ ਦੱਸਣਾ, ਉਹ ਖੁਦ ਦੱਸੇ ਅੱਜ। ਅੱਛਾ, ਓਕੇ, ਇਹ ਪੰਜਾਬ ਦਾ ਤਾਂ ਲੱਗਦਾ ਮੈਨੂੰ ਕਰਨਾ ਹੀ ਪੈਣਾ ਫਿਰ। ਓਕੇ, ਠੀਕ ਹੈ। ਸੋ ਮੈਂ ਇੱਕ ਇੱਕ ਕਰਕੇ ਨਾਮ ਲਵਾਂਗਾ, ਫਿਰ ਜਿਹਦਾ ਵੀ ਨਾਮ ਮੈਂ ਲਵਾਂਗਾ ਫਿਰ ਉਹ ਆਪਣਾ ਐਕਸਪੀਰੀਅੰਸ ਜਾਂ ਤੁਹਾਨੂੰ ਕੀ ਸਮਝ ਲੱਗੀ ਜਾਂ ਤੁਹਾਨੂੰ ਕੀ ਲੱਗਦਾ ਹੈ, ਤੁਹਾਨੂੰ ਤੁਹਾਡੇ ਦਿਲ ਨੂੰ ਕਿਹੜਾ ਵਚਨ ਛੂਹਿਆ ਹੈ, ਉਹ ਤੁਸੀਂ ਦੱਸਣਾ ਹੈ, ਠੀਕ ਹੈ ਨਾ। ਸੋ ਸਭ ਤੋਂ ਪਹਿਲਾਂ ਅਲੀਸ਼ਾ। ਅਲੀਸ਼ਾ ਆਪਣਾ ਮਾਈਕ ਅਨਮਿਊਟ ਕਰਕੇ।
प्रेज द लॉर्ड। ਵਧੀਆ ਹੈ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਾਨੂੰ ਮਿਲ ਵਰਤ ਕੇ ਰਹਿਣਾ ਚਾਹੀਦਾ, ਜਿੱਦਾਂ ਯਿਸੂ ਜੀ ਦੇ ਚੇਲੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਸੀਗੇ, ਤੇ ਅੱਜ ਦੇ ਵਚਨ ਦੇ ਵਿੱਚ ਸਾਨੂੰ ਦੱਸਿਆ ਸਾਨੂੰ ਕਿੱਦਾਂ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਦਾ ਸਹਾਰਾ ਬਣ ਕੇ ਰਹਿਣਾ ਚਾਹੀਦਾ ਹੈ। गुड। ਬਹੁਤ ਲੋੜ ਆ ਇੱਕ ਦੂਜੇ ਦੀ ਏਦਾਂ ਦੇ ਟਾਈਮ ਦੇ ਵਿੱਚ, ਤੇ Very good. ਸੱਚੀ ਯਿਸੂ ਮਸੀਹ ਨੇ ਸਾਨੂੰ ਇਹ ਚੀਜ਼ ਫੀਲ ਕਰਾਈ ਆ ਕਿ ਸਾਨੂੰ ਪੈਸੇ ਤੋਂ ਜ਼ਿਆਦਾ ਇਸ ਟਾਈਮ ਇੱਕ ਦੂਜੇ ਬੰਦੇ ਦੀ ਸਾਨੂੰ ਜ਼ਿਆਦਾ ਲੋੜ ਆ। Very nice। और कुछ अलीशा? ओके, गुड, वेरी गुड। तो मैंने पता भाई कि रूपांशु नहीं है, ਉਹਦੀ जगह सुनील भाई है, तो कृपा करके अपनी वीडियो प्लस माइक अनम्यूट करके सामने आने की कृपालता कर। सुनील भाई आवाज नहीं आ रही, अनम्यूट। यस, प्रेज द लॉर्ड, प्रेज द लॉर्ड। प्रेज द लॉर्ड ब्रो, प्रेज द लॉर्ड। साਰਿਆਂ ਨੂੰ ਜੈ ਯਿਸੂ ਦੀ। जय यीशु मसीह दी। ਸੋ ਠੀਕ ਹੈ, ਮੈਨੂੰ ਮਤਲਬ ਸਭ ਤੋਂ ਅੱਛੀ ਜਿਹੜੀ ਗੱਲ ਲੱਗ ਰਹੀ ਹੈ ਕਿ ਲੋਕਡਾਊਨ ਪੀਰੀਅਡ ਦੇ ਵਿੱਚ ਹੈ ਨਾ, ਸਭ ਤੋਂ ਵੱਡੀ ਗੱਲ ਜਿਹੜੀ ਵਚਨ ਦੇ ਦੱਸਿਆ ਨਾ ਕਿ ਇਕੱਠੇ ਸਾਂਝ ਖਾਂਦੇ ਸੀਗੇ ਹੈ ਨਾ, ਜੋ ਵੀ ਉਹਨਾਂ ਨੂੰ ਮਿਲਦਾ ਸੀਗਾ ਉਹ ਜ਼ਰੂਰਤਮੰਦ ਲੋਕਾਂ ਵਿੱਚ ਵੰਡਦੇ ਸੀਗੇ, ਤੇ ਬਹੁਤ ਸਾਰੇ ਜੋ ਵੀ ਸਾਨੂੰ ਬਾਈਬਲ ਦੇ ਸੰਦੇਸ਼ ਤੋਂ ਸੁਣਨ ਨੂੰ ਮਿਲਦਾ ਪਿਆ ਵਾ, ਉਹ ਸਾਨੂੰ ਇੱਕ ਪ੍ਰੇਮ ਦਾ ਸੰਦੇਸ਼ ਵੀ ਦੱਸ ਰਿਹਾ ਵਾ ਔਰ ਉਹਦੇ ਨਾਲ ਨਾਲ ਇੱਕ ਯੂਨਿਟੀ ਦਾ ਵੀ ਸੰਦੇਸ਼ ਦੱਸਦਾ ਪਿਆ ਕਿ ਇਕੱਠੇ ਸੀਗੇ ਸਾਰੇ। ਤੇ ਮੈਂ ਹਲੇ ਤੱਕ ਅਗਰ ਗੱਲ ਕਰਾਂ, ਮੈਂ ਪਿਛਲੀ ਜਰਨੀ ਦੀ ਕੋਈ ਗੱਲ ਨਹੀਂ ਕਰਾਂਗਾ, ਲੇਕਿਨ ਮਾਰਚ ਮੰਥ ਤੋਂ ਲੈ ਕੇ ਹੁਣ ਤੱਕ ਅਸੀਂ ਸਾਰੇ ਇਕੱਠੇ ਹਾਂ, ਚਾਹੇ ਆਪਣਾ ਕਿਸੇ ਪੈਸੇ ਦੀ ਮਦਦ ਦੇ ਨਾਲ ਨਹੀਂ ਹੈਗੇ, ਚਾਹੇ ਕਿਸੇ ਨੂੰ ਕੁਝ ਉਸ ਤਰ੍ਹਾਂ ਮੈਸੇਜ ਨਹੀਂ ਕੀਤਾ ਹੋਣਾ, ਲੇਕਿਨ ਜਦੋਂ ਆਪਾਂ ਪ੍ਰੇਅਰ ਮੀਟਿੰਗ ਆਪਣੀ ਦੁਆਵਾਂ ਦੇ ਨਾਲ ਸਾਰੇ ਇਕੱਠੇ ਹੈਗੇ ਹਾਂ, ਤੇ ਸ਼ਾਇਦ ਅਸੀਂ ਸਾਰੇ ਮਿਲ ਕੇ ਬਹੁਤ ਸਾਰੇ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਹਾਂ ਜਾਂ ਇੱਕ ਦੂਸਰੇ ਨੂੰ ਅਸੀਂ ਯਾਦ ਕਰਦੇ ਪਏ ਹਾਂ, ਤੇ ਇਹ ਵੀ ਇੱਕ ਪਿਆਰ ਤੋਂ ਕਿਸੇ ਪਿਆਰ ਤੋਂ ਘੱਟ ਨਹੀਂ ਹੈਗਾ। ਸ਼ਾਇਦ ਆਪਾਂ ਨੂੰ ਲੱਗਦਾ ਕਿ ਆਪਾਂ ਇੱਥੇ 8 ਜਣੇ ਆ ਜਾਂ ਆਪਣੇ ਜੇਵਾਈ ਪੰਜਾਬ ਗਰੁੱਪ ਦੇ ਵਿੱਚ ਮੋਰ ਦੈਨ 50 ਹੈ ਨਾ, ਮੋਰ ਦੈਨ 50 ਮੈਂਬਰਸ ਜੁੜੇ ਹੋਏ ਨੇ, ਲੇਕਿਨ ਜੋ ਪਿਆਰ ਅਸੀਂ 5-7 ਲੋਕ ਇਕੱਠੇ ਮਿਲ ਕੇ ਇਸ ਪ੍ਰੇਅਰ ਮੀਟਿੰਗ ਤੇ ਆਉਂਦੇ ਆ ਜਾਂ ਇੱਕ ਦੂਸਰੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਰਲ ਕੇ, ਤਾਂ ਇਹੋ ਹੀ ਹੈ ਇੱਕ ਫੈਲੋਸ਼ਿਪ ਹੈ ਨਾ ਜੋ ਅਸੀਂ ਸਾਰੇ ਇਕੱਠੇ ਰਲ ਕੇ ਕਰਦੇ ਪਏ ਹਾਂ। ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਸਾਡੇ ਦਿਲ ਕਿੱਦਾਂ ਦੇ ਨੇ। ਪੰਜਾਬੀ ਵਿੱਚ ਅਗਰ ਮੈਂ ਗੱਲ ਕਰਾਂ, ਸਾਡੀ ਨੀਅਤ ਕਿੱਦਾਂ ਦੀ ਹੈ। ਜਦੋਂ ਮੈਂ ਆਪਣੇ ਦੁਆ ਵਿੱਚ ਯਾਦ ਕਰਦੀ ਹਾਂ ਕਿਸੇ ਨੂੰ ਜਾਂ ਯਾਦ ਕਰਦਾ ਵਾਂ, ਜਾਂ ਫਿਰ ਜਦੋਂ ਅਸੀਂ ਸਾਰੇ ਇਕੱਠੇ ਹੁੰਨੇ ਆ, ਸਾਡਾ ਕੀ ਮਨ ਹੈ, ਸਾਡਾ ਸਾਫ਼ ਮਨ ਕੀ ਹੈ ਕਿ ਆਪਾਂ ਇੱਕ ਦੂਸਰੇ ਲਈ ਕੀ ਕਰ ਸਕਦੇ ਹਾਂ। ਮੈਂ ਬਹੁਤ ਸਾਰੇ ਅਗਰ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਜਦੋਂ ਗੱਲ ਕਰਦਾ ਵਾਂ ਤੇ ਉਹ ਕਹਿੰਦੇ ਯਾਰ ਤੁਸੀਂ ਪ੍ਰਾਰਥਨਾਵਾਂ ਵੀ ਕਰਦੇ ਹੋ ਹੈ ਨਾ, ਜਾਂ ਸਾਡੀ ਲਾਈਫ ਵਿੱਚ ਸਾਨੂੰ ਤਾਂ ਬਹੁਤ ਜ਼ਿਆਦਾ ਸਕੂਨ ਆ। ਜਾਂ ਫਿਰ ਕਈਆਂ ਨੇ ਮੈਨੂੰ ਕੁਐਸਚਨ ਕੀਤਾ ਸੀਗਾ ਕਿ ਕਈਆਂ ਕੋਲੋਂ ਵਰਦਾਨ ਹੈਗੇ ਨੇ ਜਾਂ ਫਿਰ ਉਹਨਾਂ ਨੂੰ ਉਹ ਵਰਦਾਨ ਕਿਸ ਤਰ੍ਹਾਂ ਮਿਲ ਸਕਦੇ ਨੇ, ਉਹ ਫਲ ਕਿੱਦਾਂ ਮਿਲ ਸਕਦੇ ਨੇ। ਤੇ ਮੈਂ ਉਹਨਾਂ ਨੂੰ ਇਹੋ ਕਿਹਾ ਕਿ ਸਾਡੀ ਜਿਹੜੀ ਰੂਹ ਆ ਜਾਂ ਫਿਰ ਜਿਹੜੀ ਸਾਡਾ ਨਿੱਜੀ ਜੀਵਨ ਆ, ਉਹ ਬੜਾ ਇੱਕ ਸਾਫ਼ ਹੋਣਾ ਚਾਹੀਦਾ, ਇੱਕ ਸਾਫ਼ ਨੀਅਤ ਵਾਲਾ ਹੋਣਾ ਚਾਹੀਦਾ। ਜੇਕਰ ਅਸੀਂ ਦੁਆ ਬੰਦਗੀ ਕਰਾਂਗੇ ਜਾਂ ਆਪਣੇ ਪ੍ਰਭੂ ਨੂੰ ਆਪਣੇ ਜੀਵਨ ਦੇ ਵਿੱਚ ਰੱਖਾਂਗੇ ਤਾਂ ਸਾਡੀ ਨੀਅਤ ਸਾਫ਼, ਔਰ ਪ੍ਰਭੂ ਆਪਣੇ ਆਪ ਉਹ ਵਰਦਾਨ ਸਾਰੇ ਸਾਨੂੰ ਦੇਗਾ। ਸਾਨੂੰ ਵਰਦਾਨ ਮੰਗਣ ਦੀ ਲੋੜ ਨਹੀਂ ਹੈ, ਕਿਉਂਕਿ ਉਹਦੇ ਵਾਸਤੇ ਆਸ਼ੀਸ਼ਾਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹੋਏ ਨੇ। ਤਾਂ ਅਸੀਂ ਇਹ ਨਾ ਸੋਚੀਏ ਕਿ ਉਹ ਸਾਨੂੰ ਆਸ਼ੀਸ਼ ਕਦੋਂ ਦੇਗਾ, ਅਸੀਂ ਇਹ ਸੋਚੀਏ ਅਸੀਂ ਉਸ ਆਸ਼ੀਸ਼ ਨੂੰ, ਉਸ ਵਰਦਾਨ ਨੂੰ ਅਸੀਂ ਕਿਸ ਤਰ੍ਹਾਂ ਲੈ ਰਹੇ ਹਾਂ, ਅਸੀਂ ਉਹਨੂੰ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਹਾਂ। ਜੇਕਰ ਅਸੀਂ ਇਸਤੇਮਾਲ ਨਹੀਂ ਕਰ ਪਾ ਰਹੇ ਤੇ ਅਸੀਂ ਇਹ ਨਾ ਸਮਝੀਏ ਕਿ ਸਾਡੇ ਕੋਲੋਂ ਕੋਈ ਵਰਦਾਨ ਨਹੀਂ ਹੈ ਜਾਂ ਸਾਡੇ ਜੀਵਨ ਦੇ ਵਿੱਚ ਕੋਈ ਆਸ਼ੀਸ਼ ਨਹੀਂ ਹੈ। ਹਰ ਇੱਕ ਕੋਲੋਂ ਵਰਦਾਨ ਹੈ, ਹਰ ਇੱਕ ਕੋਲੋਂ ਆਸ਼ੀਸ਼ ਹੈ, ਲੇਕਿਨ ਪ੍ਰਭੂ ਦਾ ਪ੍ਰੇਮ ਨੂੰ ਅਸੀਂ ਕਿਸ ਤਰ੍ਹਾਂ ਸਵੀਕਾਰ ਕਰਦੇ ਹਾਂ ਇਕਜੁੱਟ ਹੁੰਦੇ ਹੋਏ, ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਪ੍ਰੇਜ਼ ਲੋ, प्रेज लॉर्ड ब्रो, प्रेज लॉर्ड। तो इस ਦੇ ਨਾਲ ਹੀ ਅੱਗੇ ਵਧਦੇ ਹੋਏ रोशनी। यस, प्रेज द लॉर्ड। रोशनी अगर पॉसिबल है तो Praise वीडियो the भी ऑन Lord। करें। हाँ, ओके, गुड। ਇਹਦੇ ਵਿੱਚ ਜਿਹੜੀ 44th
ਵਰਸ ਆ ਈਮਾਨ ਲਿਆਉਣ ਵਾਲੇ ਸਾਰੇ ਇਕੱਠੇ ਰਹਿੰਦੇ ਸਨ ਅਤੇ ਉਹਨਾਂ ਦਾ ਸਭ ਕੁਝ ਸਾਂਝਾ ਸੀ। ਜਿੱਦਾਂ ਅਸੀਂ ਸਾਰੇ ਫੈਮਿਲੀ ਆ ਨਾ, ਅਸੀਂ ਵੀ ਪ੍ਰਭੂ ਤੇ ਈਮਾਨ ਲਿਆਉਣ, ਅਸੀਂ ਵੀ ਇਕੱਠੇ ਰਹਿੰਦੇ ਹਾਂ। ਖਾਸ ਕਰ ਮੈਂ ਆਪਣਾ ਐਕਸਪੀਰੀਅੰਸ ਦੱਸਦੀ ਹਾਂ। ਜਦੋਂ ਮੈਨੂੰ ਕੋਈ ਪ੍ਰੋਬਲਮ ਹੁੰਦੀ ਫਟਾਫਟ ਕਿਸੇ ਨਾਲ ਵੀ ਸ਼ੇਅਰ ਕਰ ਲੈਣਾ। ਜੇ ਬਾਈ ਫੈਮਿਲੀ ਵਿੱਚੋਂ ਪ੍ਰੇਅਰ ਦੀ ਮੰਗ ਕਰ ਲੈਣੀ, ਭਾਵੇਂ ਅਸੀਂ ਪੈਸਿਆਂ ਦੀ ਨਹੀਂ ਮਦਦ ਕਰ ਸਕਦੇ, ਪ੍ਰੇਅਰ ਵਿੱਚ ਹੀ ਬਹੁਤ ਜ਼ਿਆਦਾ ਸ਼ਕਤੀ ਆ। ਤੇ ਹਾਂ, ਅਸੀਂ ਇਕੱਠੇ ਰਹਿੰਦੇ ਹਾਂ। ਮੇਰੇ ਹਿਸਾਬ ਨਾਲ ਆਹ ਵਚਨ ਮੈਨੂੰ ਮਤਲਬ ਬਹੁਤ ਵਧੀਆ ਲੱਗਾ। ਸੱਚਮੁੱਚ ਅਸੀਂ ਜੀਨੇ ਇਸ ਵਚਨ ਨੂੰ, ਕਿ ਅਸੀਂ ਇਕੱਠੇ ਰਹਿੰਦੇ ਹਾਂ, ਇੱਕ ਦੂਸਰੇ ਦੇ ਦੁੱਖ ਵਿੱਚ ਸਹਾਰਾ ਬਣਦੇ, ਇੱਕ ਦੂਸਰੇ ਦਾ ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੁੰਦੇ ਆ। ਵਧੀਆ, ਇਹ ਵਰਸ ਮੈਨੂੰ ਬਹੁਤ ਵਧੀਆ ਲੱਗਾ। ਪ੍ਰੇਜ਼ ਦ ਗॉड। ਪ੍ਰੇਜ਼ ਗॉड ਰੋਸ਼ਨੀ, ਬਹੁਤ ਵਧੀਆ। ਇਸ ਦੇ ਨਾਲ ਹੀ ਮੋਨਿਕਾ। ਪ੍ਰੇਜ਼ ਦ ਲਾਰਡ। ਪ੍ਰੇਜ਼ ਦ ਲਾਰਡ। ਹਾਂਜੀ, ਵੈਸੇ ਤਾਂ ਸੁਮਿਨ ਭਾਜੀ ਨੇ ਸਾਰਾ ਕੁਝ ਵਚਨ ਬਾਰੇ ਦੱਸ ਹੀ ਦਿੱਤਾ ਆ। ਵੀ ਜੋ ਵੀ ਵਚਨ ਆਪਾਂ ਨੂੰ ਅੱਜ ਦਾ ਦੱਸਦਾ ਪਿਆ, ਗਾਈਡ ਕਰਦਾ ਪਿਆ, ਵੀ ਭਾਜੀ ਨੇ ਸਾਰਾ ਕੁਝ ਆਪਾਂ ਨੂੰ ਦੱਸ ਦਿੱਤਾ। ਅੱਜ ਮੈਂ ਪ੍ਰੇਅਰ 'ਚ ਵੀ ਲੇਟ ਆਈ, ਇਸ ਵਾਸਤੇ ਮੈਂ ਸੌਰੀ ਫੀਲ ਕਰਦੀ ਹਾਂ ਸਾਰਿਆਂ ਦੇ ਕੋਲੋਂ, ਕਿਉਂਕਿ ਸਾਡੇ ਘਰ ਕੋਈ ਆ ਗਿਆ ਸੀਗਾ ਤੇ ਉਹ ਜਿੱਦਾਂ ਬਿਮਾਰ ਸੀਗੇ ਤੇ ਉਹ ਗੱਲ ਕਰਨ ਲੱਗ ਗਏ, ਏਦਾਂ ਹੀ ਬੈਠ ਕੇ ਟਾਈਮ ਲੱਗ ਗਿਆ। ਤੇ ਇਸ ਕਰਕੇ ਮੈਂ ਪ੍ਰੇਅਰ 'ਚ ਵੀ ਲੇਟ ਆਈ ਹਾਂ, ਇਸ ਕਰਕੇ ਮੈਂ ਸੌਰੀ ਵੀ ਫੀਲ ਕਰਦੀ ਹਾਂ। ਔਰ ਅੱਜ ਦਾ ਵਚਨ ਜਿਹੜਾ ਮੈਨੂੰ 46 ਦੀ ਬਹੁਤ ਵਧੀਆ ਲੱਗੀ, ਕਿ ਉਹ ਹਰ ਦਿਨ ਇੱਕ ਮਨ ਹੋ ਕੇ ਮੰਦਿਰ ਵਿੱਚ ਇਕੱਠੇ ਹੁੰਦੇ ਸਨ ਤੇ ਖੁਸ਼ੀ ਤੇ ਸੰਯੋਗ ਨਾਲ ਘਰਾਂ ਵਿੱਚ ਪ੍ਰੇਮ ਭੋਜ ਕਰਦੇ ਸਨ। ਕਿ ਜਦੋਂ ਆਪਾਂ ਹੁਣ ਰਿਸਪੈਕਟ ਕਰਦੇ ਹਾਂ, ਆਪਾਂ ਕੋਈ ਆਪਣੇ ਕੋਲ ਪ੍ਰੇਅਰ ਦੀ ਮੰਗ ਕਰਦਾ ਆ, ਆਪਾਂ ਉਹਦੇ ਵਾਸਤੇ ਪ੍ਰੇਅਰ ਕਰਦੇ ਹਾਂ। ਜਿੱਦਾਂ ਹੁਣ ਆਪਾਂ ਸਾਰੇ ਇੱਕ ਮਨ ਹੋ ਕੇ, ਆਪਾਂ ਚਾਹੇ ਲੋਕਡਾਊਨ ਆ, ਆਪਾਂ ਇੱਕ ਦੂਸਰੇ ਵਾਸਤੇ ਪ੍ਰਾਰਥਨਾ ਕਰਦੇ ਹਾਂ। ਇਸ ਕਰਕੇ ਕਿ ਇਹ ਵਚਨ ਮੈਨੂੰ ਬਹੁਤ ਵਧੀਆ ਲੱਗਾ। ਵੈਸੇ ਤਾਂ ਸਾਰੇ ਵਚਨ ਬਹੁਤ ਅੱਛੇ ਆ, ਮਤਲਬ ਬਹੁਤ ਵਧੀਆ, ਦਿਲ ਨੂੰ ਟੱਚ ਕਰਨ ਵਾਲੇ ਆ। ਤੇ ਜਿੱਦਾਂ ਹੁਣ ਆਪਾਂ ਇੱਕ ਦੂਸਰੇ ਵਾਸਤੇ ਪ੍ਰਾਰਥਨਾ ਕਰਦੇ ਹਾਂ, ਇੱਕ ਦੂਸਰੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਆਪਾਂ ਮੈਨੂੰ ਇਹ ਵਚਨ ਬਸ ਬਹੁਤ ਵਧੀਆ ਲੱਗਾ ਹੈ। ਤੇ ਸਾਰਿਆਂ ਨੂੰ ਮੇਰੇ ਵੱਲੋਂ ਯੀਸ਼ੂ ਦੀ ਪ੍ਰੇਜ਼ ਦਾ ਲਾਰਡ। ਪ੍ਰੇਜ਼ ਗॉड, ਪ੍ਰੇਜ਼ ਗॉड। ਸੋ ਇਸ ਦੇ ਨਾਲ ਹੀ ਸੁਮਿਤ ਬ్రో, ਸਾਡੇ ਸੁਮਿਤ ਸਿੱਧੂ ਭਾਜੀ। ਆਈ ਥਿੰਕ ਇਹਨਾਂ ਦਾ ਨਾ ਨੈਟਵਰਕ ਸਟੇਬਲ ਨਹੀਂ ਸੀ। ਸੋ ਯਸ, ਅਨੁਰਾਧਾ ਭਾਬੀ ਵੀ ਹੁਣੇ ਜੁਆਇਨ ਹੋਏ ਨੇ। ਡੋਮਿਨਿਕ, ਡੋਮਿਨਿਕ, हेलो डोमिनिक, आवाज आ रही? आई थिंक इन नैटवर्क स्टेबल नहीं है। सो चलो मैं भी दसदा। मैंने जो पहली जो वचन असीं पढ़िया 42 कि दे डिवोटेड themselves, कि जो उन्होंने इकट्ठा खाना पीना सीगा, कि प्रभु का प्यार फिर ही मतलब समझण नूं पता लगदा कि जो उन्होंने प्रभु का प्यार आया तो उस टाइम ते उन्हों दे अंदर जिहड़ा प्यार सीगा वो बाहर निकलिया। वो एक दूसरे नाल मिल के रहन लगे, एक परिवार होके, एक मन होके खाना खांदे, एक दूसरे का ध्यान रखते, प्रार्थना करते। तो वो सारी चीज़ां उन्होंने नाल सी। सो वो चीज़ मैनूं बहुत वधिया लगी, क्योंकि एज ए जीसस फैमिली असीं सारे एक हाँ, है ना। आपां जिथे मर्जी चले जाइए, जिद्दां हुण मैं पहला झारखंड सी, पर उत्थे रह के भी मैं अपने पंजाब नाल, अपने परिवार नाल जुड़ के रहा। वो किद्दां रहा, प्रभु का वो प्यार जिहड़ा सानूं जीसस दे द्वारा जां फिर प्रभु के वचन द्वारा, जां आपां एक दूसरे नाल शेयर करदे जदों भी, खासकर प्रेयर मीटिंग के द्वारा, जिद्दां कि सुमीन भाई ने दस्सिया। तो जिहड़ियां चीज़ां वो मैंने एक्सपीरियंस होई, अनुभव कीतियां मैं, तां मैंने एक वर्स बहुत वधिया लगी कि असीं भी किते ना किते उन्हां चेलियां वांगू, हाँ, प्रभु की जो मर्जी है उन्हें पूरा कर रहे हैं, कि असीं भी उन्हां वांगू चाहे इकट्ठे नहीं खा रहे पर इकट्ठे रह के प्रार्थना कर रहे हैं। वो वड्डी गल है मेरी। सो थैंक यू सो मच। हैंड ओवर टू प्रदीप भाई। प्रेज द लॉर्ड। Praise the Lord. सो थैंक गॉड फॉर के जो ਤੁਹਾਨੂੰ ਸਾਰਿਆਂ ਨੂੰ ਰਿਵੀਲ ਕੀਤਾ ਬਹੁਤ ਵਧੀਆ ਤਰੀਕੇ ਨਾਲ, ਮਤਲਬ ਪਵਿੱਤਰ ਆਤਮਾ ਨੇ ਜੋ ਹਰੇਕ ਨੂੰ ਅਲੱਗ ਤਰੀਕੇ ਨਾਲ ਰਿਵੀਲ ਕੀਤਾ। ਸੋ ਅਕੋਰਡਿੰਗ ਟੂ ਮੀ ਅੱਜ ਦੇ ਜੋ ਵਚਨ ਦੇ ਵਿੱਚੋਂ ਮੈਨੂੰ ਮਤਲਬ ਕੁਝ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਕਿ ਮੈਨੂੰ ਥੋੜਾ ਕੁਐਸਚਨ ਦੇ ਵਿੱਚ ਪਾਤਾ। ਮਤਲਬ
ਥੋੜਾ ਕੁਐਸਚਨ ਰੇਜ਼ ਹੋ ਰਹੇ ਆ ਅੱਜ ਦੇ ਵਚਨ ਦੇ ਵਿੱਚੋਂ ਇਹਦੇ ਅਕੋਰਡਿੰਗ। ਫॉर एग्जांपल ਜਿਸ ਤਰ੍ਹਾਂ ਇਹ 'ਚ ਲਿਖਿਆ ਕਿ ਜਿਹੜੇ ਚੇਲੇ ਸੀਗੇ ਉਹ ਸਾਰੇ ਰਲ ਕੇ, ਜਿਹੜੀ ਫਰਸਟ ਕਮਿਊਨਿਟੀ ਸੀ ਕ੍ਰਿਸਚੀਅਨ ਕਮਿਊਨਿਟੀ, ਚੇਲੇ ਪਲੱਸ ਜਿਹੜੇ ਉਹਨਾਂ ਦੇ ਨਾਲ ਸੀਗੇ, ਉਹ ਕੀ ਕਰਦੇ ਸੀ, ਇਕੱਠੇ ਰਹਿੰਦੇ ਸੀਗੇ। ਠੀਕ ਹੈ, ਜੋ ਵੀ ਉਹਨਾਂ ਦਾ ਸਮਾਨ ਸੀਗਾ ਮਤਲਬ ਇੱਕ ਦੂਸਰੇ ਨੂੰ ਮਤਲਬ ਹੈਲਪ ਕਰਨ ਦੇ ਲਈ ਵੇਚ ਦਿੰਦੇ ਸੀ ਖੁਦਾ ਦੀ ਮਿਨਿਸਟਰੀ ਦੇ ਲਈ। ਠੀਕ ਹੈ, ਸੋ ਮਤਲਬ ਮੈਂ ਬੇਸਿਕਲੀ ਇਹ ਨਹੀਂ ਕਹਿ ਰਿਹਾ ਕਿ ਸਾਨੂੰ ਉਹ ਕਰਨ ਦੀ ਲੋੜ ਹੈ ਕਿ ਆਪਣੇ ਘਰ ਦਾ ਸਮਾਨ ਚੱਕ ਕੇ ਵੇਚੀ ਜਾਓ, ਬਟ ਇਹਦਾ ਮਤਲਬ ਇਹ ਹੈ ਕਿ we should be ready to say yes to the Lord at any time। ਮਤਲਬ ਕਿਸੇ ਵੀ ਸਮੇਂ ਖੁਦਾ ਵੱਲੋਂ ਜੋ ਵੀ ਸਾਨੂੰ ਬੁਲਾਵਾ ਆਉਂਦਾ, ਜੋ ਵੀ ਸਾਨੂੰ ਕਾਲ ਆਉਂਦੀ ਹੈ, ਉਹ ਹਮੇਸ਼ਾ ਉਹ ਕਾਲ ਨੂੰ ਸੁਣਨ ਦੇ ਲਈ, ਉਹ ਕਾਲ ਨੂੰ ਯੈਸ ਕਹਿਣ ਦੇ ਲਈ ਸਾਡਾ ਰੈਡੀ ਰਹਿਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਔਰ ਜੋ ਮੇਨ ਚੀਜ਼ ਸੀ ਕਿ ਇਕੱਠੇ ਰਹਿੰਦੇ ਸੀ, ਇਕੱਠੇ ਪ੍ਰਾਰਥਨਾ ਕਰਦੇ ਸੀਗੇ। ਠੀਕ ਹੈ ਨਾ, ਮਤਲਬ ਇੱਕ ਦੂਸਰੇ ਦੇ ਲਈ ਕੰਸਰਨ ਸੀਗਾ। ਮੇ ਬੀ ਜੋ ਸ਼ਾਇਦ ਈਵਨ ਜੇ ਅਸੀਂ ਜੀਸਸ ਯੂਥ ਫੈਮਿਲੀ ਦੀ ਗੱਲ ਕਰਦੇ ਹਾਂ, ਮੈਂ ਮਤਲਬ ਜੀਸਸ ਪੰਜਾਬ ਤੋਂ ਬਾਹਰ ਨਹੀਂ, ਮੈਂ ਜੀਸਸ ਪੰਜਾਬ 'ਚ ਹੀ ਗੱਲ ਕਰ ਰਿਹਾ ਕਿ ਸ਼ਾਇਦ ਅਸੀਂ ਕਹਿਣ ਨੂੰ ਅਸੀਂ ਜੀਸਸ ਯੂਥ ਫੈਮਿਲੀ ਦਾ ਪਾਰਟ ਆ, ਬਟ ਕਿ ਸੱਚਮੁੱਚ ਅਸੀਂ ਇਕੱਠੇ ਹੈਗੇ ਆ? ਇਹ ਸਾਰਿਆਂ ਲਈ ਕੁਐਸਚਨ ਆ, ਤੁਹਾਡੇ ਲਈ ਵੀ ਮੇਰੇ ਲਈ ਵੀ। ਆਪਣੇ ਮਨ ਤੇ ਹੱਥ ਰੱਖ ਕੇ ਜਰਾ ਕਿ ਸੋਚੋ ਕਿ ਵਾਕਿਆ ਅਸੀਂ ਇਕੱਠੇ ਹੈਗੇ ਆ? What do you think? ਮਤਲਬ ਇਹ ਕੁਐਸਚਨ ਬੜਾ ਤਗੜਾ ਵਾ, ਬੜਾ ਵੱਡਾ ਵਾ ਕਿ ਵਾਕਿਆ ਅਸੀਂ ਇਕੱਠੇ ਹੈਗੇ ਆ? ਸ਼ਾਇਦ ਅਸੀਂ ਬੜੇ ਮਤਲਬ ਸਿਲੈਕਟਡ ਮਤਲਬ ਸਿਲੈਕਟਿਵ ਆ। ਮਤਲਬ ਜਿਸ ਤਰ੍ਹਾਂ ਅਸੀਂ ਕਿੰਨਾ ਦੋਸਤੀ ਕਰਨੀ ਹੈ, ਕਿੰਨਾ ਗੱਲ ਕਰਨੀ ਆ, ਜਾਂ ਕਿੰਨਾ ਆਪਣੇ ਬਾਰੇ ਸ਼ੇਅਰ ਕਰਨਾ, ਜਾਂ ਕਿਤੋਂ ਪ੍ਰੇਅਰ ਦੀ ਮੰਗ ਕਰਨੀ, ਅਸੀਂ ਬੜਾ ਸਿਲੈਕਟਡ ਰੱਖਿਆ ਹੋਇਆ ਆਪਣਾ ਦਾਇਰਾ। ਸ਼ਾਇਦ ਅਸੀਂ ਇੱਥੇ ਜਿੰਨੇ ਜਣੇ ਪ੍ਰੈਜ਼ੈਂਟ ਹੈਗੇ, ਮੈਨੂੰ ਨਹੀਂ ਲੱਗਦਾ ਕਿ ਸਾਰੇ ਆਪਸ ਦੇ ਵਿੱਚ ਗੱਲ ਕਰਦੇ ਆ। ਮਤਲਬ ਆਈ ਫੀਲ ਜਿੰਨੇ ਅਸੀਂ ਇੱਥੇ 8 ਜਣੇ ਐਟ ਪ੍ਰੈਜ਼ੈਂਟ, ਸੋ ਇਹ ਸਾਰੇ ਅੱਠੇ ਦੇ ਅੱਠੇ ਆਪਸ ਚ ਵੀ ਗੱਲ ਨਹੀਂ ਕਰਦੇ ਹੋਣਗੇ। ਮਤਲਬ ਦੈਟਸ ਵਾਟ ਦਾ ਕੁਐਸਚਨ ਇਜ਼। ਠੀਕ ਹੈ ਨਾ, ਮਤਲਬ ਇਹੀ ਕੁਐਸਚਨ ਆ ਕਿ ਸੱਚਮੁੱਚ ਕਿ ਅਸੀਂ ਇਕੱਠੇ ਹੈ ਜਾਂ ਨਹੀਂ। ਸਿਰਫ ਅਸੀਂ ਨਾਮ ਦੇ ਇਕੱਠੇ ਆ ਸ਼ਾਇਦ, ਮੇ ਬੀ ਸਾਨੂੰ ਵਧੀਆ ਲੱਗਦਾ ਇੱਥੇ ਆ ਕੇ, ਓਕੇ ਜੀਸਸ ਯੂਥ ਆ, ਜਾਂ ਸ਼ਾਇਦ ਕਿਸੇ ਨਾ ਕਿਸੇ ਮੂਵਮੈਂਟ ਦੇ ਨਾਲ ਜੁੜਨਾ ਵਾ, ਸੋ ਮੈਂ ਜੀਸਸ ਯੂਥ ਚ ਆ, ਸੋ ਮੇ ਬੀ ਸੋ ਸ਼ਾਇਦ ਇੱਥੇ ਮੈਨੂੰ ਥੋੜਾ ਜਿਹਾ ਪ੍ਰੈਫਰੈਂਸ ਦਿੱਤੀ ਜਾਂਦੀ ਆ। ਜਿਸ ਦਿਨ ਉਹ ਪ੍ਰੈਫਰੈਂਸ ਮਿਲਣੀ ਬੰਦ ਹੋ ਗਈ, ਉਸ ਦਿਨ ਬਾਏ ਬਾਏ ਟਾਟਾ। ਉਸ ਦਿਨ ਜੀਸਸ ਯੂਥ ਤੋਂ ਬੇਕਾਰ ਕੋਈ ਮੂਵਮੈਂਟ ਨਹੀਂ ਹੈਗੀ। ਜਿਸ ਦਿਨ ਮੈਨੂੰ ਕਿਸੇ ਚੀਜ਼ ਤੋਂ ਰੋਕਿਆ ਜਾਊਗਾ, ਸ਼ਾਇਦ ਉਸ ਦਿਨ ਤੋਂ ਜਿਸ ਪਰਸਨ ਨੇ ਮੈਨੂੰ ਰੋਕਿਆ, ਉਸ ਪਰਸਨ ਤੋਂ ਭੈੜਾ ਪਰਸਨ ਕੋਈ ਹੈ ਨਹੀਂਗਾ। ਮਤਲਬ ਇਹ ਆਪਾਂ ਨੂੰ ਸੋਚਣ ਦੀ ਲੋੜ ਹੈਗੀ ਆ ਕਿ ਐਕਚੁਅਲ ਚ ਹੋ ਕੀ ਰਿਹਾ ਵਾ। ਅੱਜ ਦਾ ਵਚਨ ਬੜਾ ਖਤਰਨਾਕ ਆ। ਠੀਕ ਹੈ, ਸੋ ਈਵਨ ਜਿੱਦਾਂ ਪ੍ਰੇਅਰ ਦੇ ਵਿੱਚ, ਮਤਲਬ ਕਿ ਅਸੀਂ ਪ੍ਰੇਅਰ ਮੀਟਿੰਗ ਦੇ ਲਈ ਆਨੇ, ਇੱਕ ਬਹੁਤ ਵਚਨ ਰਿਲੇਟ ਕਰਦਾ ਸਾਡੇ ਅੱਜ ਦੀ ਪ੍ਰੇਅਰ ਮੀਟਿੰਗ ਦੇ ਲਈ। ਸ਼ੁੱਕਰਵਾਰ ਤੁਹਾਨੂੰ ਸਾਰਿਆਂ ਨੂੰ ਪਤਾ ਵਾ, ਹਰ ਸ਼ੁੱਕਰਵਾਰ ਪ੍ਰੇਅਰ ਮੀਟਿੰਗ ਆ। ਠੀਕ ਹੈ, ਓਬਵੀਅਸਲੀ ਕਿ ਕੋਈ ਦਿੱਕਤ ਹੋ ਸਕਦੀ ਹੈ, ਕੋਈ ਐਮਰਜੈਂਸੀ ਹੋ ਸਕਦੀ ਹੈ ਜਿਹੜਾ ਅਸੀਂ ਨਹੀਂ ਆ ਪਾਉਂਦੇ, ਬਟ ਇਟਸ ਓਕੇ। ਬਟ ਤੁਸੀਂ ਆਏ ਹੋ, ਇਹਦਾ ਮਤਲਬ ਯੂ ਆਰ ਦਾ ਚੋਜ਼ਨ ਵਨ। ਠੀਕ ਹੈ, ਬਟ ਮੈਂ ਪਿਛਲੀ ਵਾਰ ਇੱਕ ਗੱਲ ਕਹੀ ਸੀ, ਜਦੋਂ ਤੁਸੀਂ ਆਨੇ ਉਸ ਤੋਂ ਬਾਅਦ ਤੁਸੀਂ ਐਬਸੈਂਟ ਕਿਸੇ ਕਾਰਨ ਹੋ ਗਏ, ਕੋਈ ਦਿੱਕਤ ਨਹੀਂ, ਬਟ ਆਪਣੇ ਨਾਲ ਇੱਕ ਜਣੇ ਨੂੰ ਲੈ ਕੇ ਆਓ। ਜੇ ਤੁਸੀਂ ਨਹੀਂ ਆਏ ਤਾਂ ਉਹ ਤਾਂ ਐਡ ਹੋਵੇ। ਦੈਟਸ ਯੋਰ ਵਰਕ, ਇਵੈਂਜਲਾਈਜੇਸ਼ਨ, ਇਹਨੂੰ ਕਹਿੰਦੇ ਇਵੈਂਜਲਾਈਜੇਸ਼ਨ। ਭਾਜੀ ਮੈਂ ਤਿੰਨ ਬੰਦੇ ਲੈ ਕੇ ਆਇਆ ਨਾਲ। ਹਲੋ ਸੁਮਿਨ ਸਰ, ਆਪਾਂ ਤੁਹਾਡੇ ਤੇ ਇਲਜ਼ਾਮ ਨਹੀਂ ਲਗਾ ਰਹੇ। ਨਹੀਂ ਮੈਂ ਦੱਸ ਰਿਹਾ ਯਾਰ, मोटिवेशन दे रहा है यार अदर्स। वो ठीक है but what I am sharing, try to understand। ठीक है, बिल्कुल I'm talking about general, not only for a particular person। ठीक है सर, ਮੈਨੂੰ ਪਤਾ ਹੈ, ਮੈਂ ਜਸਟ ਇੱਕ ਉਹ ਕਰ ਰਿਹਾ ਕਿ ਦੇਖੋ ਬੰਦੇ ਆਪਣੇ ਰੈਡੀ ਹੈ। ਓਕੇ ਗ੍ਰੇਟ। ਸੋ ਈਵਨ ਜਿੱਦਾਂ ਅਸੀਂ ਵਚਨ ਦੇ ਵਿੱਚ ਅੱਗੇ ਪੜ੍ਹਦੇ ਹਾਂ
ਕਿ ਈਚ ਡੇ ਜਦੋਂ ਮਤਲਬ ਉਹ ਇੱਕ ਮਨ ਹੋ ਕੇ ਪ੍ਰਾਰਥਨਾ ਕਰਦੇ, ਕੀ ਅਸੀਂ ਹਰ ਸ਼ੁੱਕਰਵਾਰ ਇੱਕ ਮਨ ਹੋ ਕੇ ਪ੍ਰਾਰਥਨਾ ਕਰ ਰਹੇ ਹਾਂ? ਸ਼ਾਇਦ ਸਾਡੇ ਵਿੱਚੋਂ ਬਹੁਤ ਸਾਰੇ ਆ ਜਿਹੜੇ ਆਂਦੇ ਆ ਓਕੇ, ਬਟ ਉਹ ਆਂਦੇ ਨਹੀਂ ਆ। ਬਹੁਤ ਸਾਰੇ ਆ ਜਿਹੜੇ ਸ਼ਾਇਦ ਆਂਦੇ ਬਟ ਆਂਦੇ ਨਹੀਂ ਆ। ਮਤਲਬ ਮੇਬੀ ਵੀਡੀਓ ਦਿਖੇਗੀ, ਮੇਬੀ ਮਾਈਕ ਵੀ ਔਨ ਹੋਏਗਾ, ਮੇਬੀ ਮਾਈਕ ਮਿਊਟ ਹੋਏਗਾ, ਬਟ ਉਹ ਲਿਟਰਲੀ ਪ੍ਰੈਜ਼ੈਂਟ ਨਹੀਂ ਆ, ਮੈਂਟਲੀ ਉਹ ਪ੍ਰੈਜ਼ੈਂਟ ਨਹੀਂ ਆ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੀ ਆ, ਬਸ ਉਹ ਇਸ ਲਈ ਆਂਦੇ ਕਿ ਇੱਥੇ ਅਟੈਂਡੈਂਸ ਲੱਗਣ ਦੀ ਆ, ਇੱਥੇ ਮਤਲਬ ਇੱਥੇ ਮੇਰਾ ਨਾਮ ਆ ਗਿਆ, ਇੱਥੇ ਓਕੇ। ਸੋ ਦੈਟਸ ਨਾਟ ਅਗੇਨ ਕਿ ਆਪਾਂ ਇੱਕ ਮਨ ਹੋ ਕੇ ਸਮਵੇਅਰ ਸਾਨੂੰ ਆਪਣੇ ਆਪ ਤੋਂ ਕੁਐਸਚਨ ਪੁੱਛਣ ਦੀ ਲੋੜ ਆ ਕਿ ਵਾਕਿਆ ਅਸੀਂ ਇੱਕ ਮਨ ਹੋ ਕੇ ਪ੍ਰਾਰਥਨਾ ਕਰ ਰਹੇ ਹਾਂ? ਸ਼ਾਇਦ ਅਸੀਂ ਜ਼ੂਮ ਤੇ ਕਰ ਰਹੇ ਹਾਂ, ਇਟਸ ਓਕੇ, ਜ਼ੂਮ ਤੇ ਕਰ ਰਹੇ ਹਾਂ, ਫਿਜ਼ੀਕਲੀ ਨਹੀਂ ਮਿਲ ਪਾ ਰਹੇ, ਇਟਸ ਓਕੇ, ਬਟ ਫਿਰ ਵੀ ਕਿ ਵਾਕਿਆ ਅਸੀਂ ਕਰ ਪਾ ਰਹੇ ਹਾਂ? ਸੋ ਵੀ ਨੀਡ ਟੂ ਥਿੰਕ ਕਿ ਅਸੀਂ ਸਾਨੂੰ ਕੀ ਕਰਨ ਦੀ ਲੋੜ ਹੈਗੀ ਆ। ਓਕੇ, ਸੋ ਅਗੇਨ ਉਸ ਤੋਂ ਬਾਅਦ ਮੇਬੀ ਠੀਕ ਹੈ, ਜਿੱਦਾਂ ਮਤਲਬ ਉਹੀ ਮੈਂ ਅਗੇਨ ਉਹੀ ਗੱਲ ਕਿ ਅਸੀਂ ਸਿਲੈਕਟਡ ਆ, ਬੜੇ ਸਿਲੈਕਟਡ ਆ। ਮੈਂ ਦਲਦੀਪ ਨਾਲ ਗੱਲ ਕਰਨੀ ਆ, ਮੈਨੂੰ ਦਲਦੀਪ ਹੀ ਵਧੀਆ ਲੱਗਦਾ ਵਾ, ਪ੍ਰਦੀਪ ਤਾਂ ਬੇਕਾਰ ਜਿਹਾ ਬੰਦਾ ਵਾ, ਇਹਨਾਂ ਨਹੀਂ ਮੈਂ ਕਰਨੀ। ਦਲਦੀਪ ਮੈਨੂੰ ਬਹੁਤ ਵਧੀਆ ਲੱਗਦਾ, ਮੈਂ ਦਲਦੀਪ ਨਾਲ ਕਰਨੀ ਹੈ ਹਨਾ। ਮਤਲਬ ਅਸੀਂ ਬੜੇ ਸਿਲੈਕਟਡ ਆ ਯਾਰ, ਇਦਾਂ ਕਿਉਂ ਆ? ਮੈਂ ਇੱਥੇ ਕਹਿੰਦਾ ਇੱਥੇ 8 ਦੇ 8, ਹੁਣ 8 ਚੋਂ ਵੀ ਚਲੋ 7 ਰਹਿ ਗਏ ਆ, ਕਿਉਂਕਿ ਵਿੱਚੋਂ ਕਈਆਂ ਦੇ ਉਹ ਫਲਕਚੁਏਸ਼ਨ ਹੋ ਰਹੀ ਹੈ ਨੈਟਵਰਕ ਦੀ। ਅਸੀਂ ਆਪਸ ਚ ਨਹੀਂ ਗੱਲ ਕਰਦੇ ਯਾਰ। ਯਾ ਅਲੀਸ਼ਾ ਨੂੰ ਸੁਮੀਨ ਨਾਲ ਗੱਲ ਕਰਨਾ ਪਸੰਦ ਆ, ਪ੍ਰਦੀਪ ਨਾਲ ਨਹੀਂ ਪਸੰਦ। ਮਤਲਬ ਬੜੇ ਸਿਲੈਕਟਡ ਆ ਅਸੀਂ। ਅਲੀਸ਼ਾ ਮੈਂ ਇਲਜ਼ਾਮ ਨਹੀਂ ਲਾ ਰਿਹਾ ਨਾ ਸੁਮੀਨ, ਓਕੇ, ਇਟਸ ਜਸਟ ਐਨ ਐਗਜ਼ਾਮਪਲ। ਸੋ ਜਸਟ ਐਨ ਐਗਜ਼ਾਮਪਲ, ਮਤਲਬ ਐਗਜ਼ਾਮਪਲ ਹੀ ਹੈ ਨਾ, ਜਸਟ ਐਗਜ਼ਾਮਪਲ। ਓਕੇ ਮੈਂ ਦੱਸ ਦੋ ਮੈਨੂੰ ਜੋ ਮੇਰੇ ਸਾਹਮਣੇ ਹੈ ਨਾ, ਮੈਂ ਉਹਨਾਂ ਦਾ ਨਾਮ ਲੈ ਲਿਆ। ਠੀਕ ਹੈ ਭਾਜੀ, ਮੈਂ ਕੱਲੀ ਜਿਹੜੀ ਸਾਰਿਆਂ ਨਾਲ ਕੁਝ ਕੱਲੀ No. It's not ਕਿ ਮੈਨੂੰ ਤੁਸੀਂ ਆਨਸਰ ਦਿਓ ਜਾਂ ਮੈਂ ਤੁਹਾਡੇ ਤੋਂ ਇਹਦਾ ਆਨਸਰ ਲਵਾਂ। ਇਟਸ ਜਸਟ ਕਿ ਆਪਣੇ ਦਿਲ ਤੇ ਹੱਥ ਰੱਖੋ, ਜਸਟ ਸਿਟ ਵਿਦ ਲਾਰਡ ਐਂਡ ਥਿੰਕ ਕਿ ਐਕਚੁਅਲ ਚ what is this movement for me? ਇਹ ਜੀਸਸ ਯੂਥ ਮੂਵਮੈਂਟ ਮੇਰੇ ਲਈ ਕੀ ਹੈ? ਇੱਕ ਪਲੇਟਫਾਰਮ ਆ ਮੇਰਾ ਨਾਮ ਔਰ ਫੇਮ ਲੈਣ ਦੇ ਲਈ, ਨੇਮ ਔਰ ਫੇਮ ਲੈਣ ਦੇ ਲਈ, ਇੱਕ ਮਤਲਬ ਮੇਰੀ ਪਹਿਚਾਣ ਬਣਨ ਦੇ ਲਈ, ਜਾਂ ਕਿਤੇ ਸਮਥਿੰਗ ਮੇਬੀ ਪੰਜਾਬ ਦੇ ਵਿੱਚ ਨੈਸ਼ਨਲੀ ਰੀਜਨਲੀ ਮੇਰਾ ਇੱਕ ਨਾਮ ਹੋਵੇ, ਕੋਈ ਜਾਣੇ ਮੈਨੂੰ, ਪਛਾਣੇ ਮੈਨੂੰ, ਕਿ ਇੱਕ ਉਹ ਪਲੇਟਫਾਰਮ ਆ। ਇਹ ਕੀ ਆ ਐਗਜ਼ੈਕਟਲੀ? ਸਾਨੂੰ ਇਹਦੇ ਬਾਰੇ ਸੋਚਣ ਦੀ ਲੋੜ ਹੈਗੀ ਹੈ, ਠੀਕ ਹੈ। ਸੋ ਲਾਸਟ ਦੇ ਵਿੱਚ ਇਸ ਵਚਨ ਦੇ ਵਿੱਚ ਜਿਹੜੀ ਬੜੀ ਕਮਾਲ ਦੀ ਚੀਜ਼ ਲਿਖੀ ਆ, ਉਹਦੇ ਚ ਕੀ ਹੋ ਰਿਹਾ ਸੀ? ਉਹਨਾਂ ਦੇ ਇਕੱਠੇ ਰਹਿਣ ਦੀ ਵਜ੍ਹਾ ਨਾਲ, ਪ੍ਰਾਰਥਨਾ ਕਰਨ ਦੀ ਵਜ੍ਹਾ ਨਾਲ, ਪ੍ਰਾਰਥਨਾ ਕਿੱਥੇ ਕਰਦੇ ਸੀ? ਟੈਂਪਲ ਚ, ਹਨਾ, ਬਟ ਮਿਲਦੇ ਕਿੱਥੇ ਸੀ? ਘਰਾਂ ਚ, ਠੀਕ ਹੈ। ਐਂਡ ਉਸ ਤੋਂ ਬਾਅਦ ਉਹਨਾਂ ਚ ਕੀ ਹੁੰਦਾ ਸੀ? ਕਮਿਊਨਿਟੀ ਦੇ ਵਿੱਚ ਨਵੇਂ ਐਡ ਹੁੰਦੇ ਜਾ ਰਹੇ ਸੀ। ਉਹ ਅਸੀਂ ਤਾਂ ਪੁਰਾਣੇ ਵੀ ਗਵਾ ਰਹੇ ਹਾਂ। ਸੋ ਮਤਲਬ ਜੇ ਮੈਂ ਆ ਗਿਆ, ਮੈਨੂੰ ਕਿਸੇ ਨੇ ਲੈ ਆਂਦਾ, ਓਕੇ, ਮੈਨੂੰ ਕੋਈ ਲੈ ਕੇ ਆਇਆ ਤੇ ਮੈਂ ਕਿਹਾ ਠੀਕ ਹੈ ਮੈਂ ਤਾਂ ਆ ਗਿਆ, ਹੁਣ ਨੈਕਸਟ ਕੋਈ ਨਾ ਆ ਜਾਏ, ਮੈਂ ਨਹੀਂ ਕਿਸੇ ਨੂੰ ਲੈ ਕੇ ਆਉਣਾ। ਜੇ ਉਹ ਆ ਗਿਆ ਤਾਂ ਉਹ ਬੰਦਾ ਮੇਰੇ ਨਾਲੋਂ ਜ਼ਿਆਦਾ ਗਰੋ ਕਰ ਜਾਊਗਾ, ਇਸ ਕਰਕੇ ਮੈਂ ਨਹੀਂ ਆਉਣ ਦੇਣਾ ਕਿਸੇ ਨੂੰ। ਮਤਲਬ we are doing like that. I'm not blaming anyone. ਮੈਂ ਕਿਸੇ ਇੱਕ ਨੂੰ ਨਹੀਂ ਪ੍ਰਦੀਪ ਬਲੇਮ ਭਾਜੀ ਕਰ ਰਿਹਾ। ਲਾਈਟ ਜਗਾ ਲਓ, ਤੁਸੀਂ ਦੱਸਦੇ ਨਹੀਂ ਸਾਨੂੰ। ਹਾਂ ਇਟਸ ਸੌਰੀ ਓਕੇ, ਕੋਈ ਨਾ ਮੋਨਿਕਾ, ਇਟਸ ਓਕੇ। ਮੇਰੀ ਆਹ ਵਾਲੀ ਫੋਟੋ ਦੇਖ ਲਈ ਹੈ ਨਾ, ਯਾ ਦੈਟਸ ਗੁੱਡ। ਹੁਣ ਦਿਖਣ ਲੱਗ ਪਿਆ ਨਾ ਮੈਂ, ਯਾ ਠੀਕ ਹੈ। ਸੋ ਮਤਲਬ ਕਿ ਬੇਸਿਕ ਗੱਲ ਜਿਹੜੀ ਹੈਗੀ ਆ ਕਿ ਜੇ ਅਸੀਂ ਇੱਕ ਮਨ ਹੋ ਕੇ ਪ੍ਰਾਰਥਨਾ ਕਰੀਏ, ਜਾਂ ਅਸੀਂ ਰਲ ਕੇ ਪ੍ਰਾਰਥਨਾ ਕਰੀਏ, ਤੇ ਸਾਡੀ ਕਮਿਊਨਿਟੀ ਮਤਲਬ ਜੀਸਸ ਯੂਥ ਮੂਵਮੈਂਟ ਦੇ ਵਿੱਚ ਐਡ ਹੋਣਗੇ। ਸਾਨੂੰ ਵਰੀ ਕਰਨ ਦੀ ਲੋੜ ਨਹੀਂ ਹੈ ਕਿ ਯਾਰ ਅਸੀਂ ਥੋੜੇ ਆ, ਮਤਲਬ ਅਸੀਂ ਓਨੇ ਕੀ ਆ, ਬਹੁਤ ਦੇਰ ਹੋ ਗਈ ਆ। ਇਹ ਸਾਡੀ ਇਕੱਲੇ ਦੀ ਰਿਸਪੌਂਸਿਬਿਲਿਟੀ ਆ। ਜੇ ਵਾਧਾ ਨਹੀਂ ਹੋ ਰਿਹਾ, ਜਾਂ ਜਿਹੜੇ ਹੈਗੇ ਨਾਲ ਖੜੇ ਸੀ ਸ਼ਾਇਦ ਉਹ ਵੀ ਅੱਜ ਪਿੱਛੇ ਨੂੰ ਜਾ ਰਹੇ, ਉਹਦਾ ਰੀਜ਼ਨ ਕਿਤੇ ਨਾ ਕਿਤੇ ਮੈਂ ਵਾਂ। ਐਵਰੀਵਨ, ਸਾਰਿਆਂ ਦੀ ਮੈਂ ਵਾਂ, ਓਕੇ। ਸੋ ਵੀ ਨੀਡ ਟੂ ਥਿੰਕ। ਜੋ ਅੱਜ ਮੈਂ ਸ਼ੁਰੂ ਤੋਂ 3 ਕੁਐਸਚਨ ਪੁੱਛੇ, ਇੱਕ ਵੱਧਦੇ
ਵਾਧਾ ਕਿਉਂ ਨਹੀਂ ਹੋ ਰਿਹਾ। ਠੀਕ ਹੈ। ਦੂਸਰਾ, ਪਰਸਨਲੀ ਕਿ ਜੇਕਰ ਅਸੀਂ ਇਹਨੂੰ ਫੈਮਿਲੀ ਮੰਨਦੇ ਹਾਂ ਕਿ ਬੇਸਿਕਲੀ ਮੂਵਮੈਂਟ ਨੂੰ, ਤੇ ਅਸੀਂ ਕਰਦੇ ਕੀ ਪਏ ਆ, ਮਤਲਬ ਅਸੀਂ ਇੱਕ ਸਿਲੈਕਟਡ ਹੋਏ ਪਏ ਆ। ਇਹ ਪਰਸਨ ਨਾਲ ਗੱਲ ਕਰਨੀ, ਇਹਨਾਂ ਨਹੀਂ ਕਰਨੀ, ਇਹਨਾਂ ਇਤੋਂ ਮੈਂ ਪ੍ਰੇਅਰ ਕਰਵਾਉਣੀ, ਇਤੋਂ ਨਹੀਂ ਕਰਵਾਉਣੀ, ਆ ਮੈਨੂੰ ਲੱਗਦਾ ਸਪਿਰਿਚੁਅਲ ਆ ਮੈਨੂੰ ਲੱਗਦਾ ਨਹੀਂ ਸਪਿਰਿਚੁਅਲ ਆ ਤਾਂ ਜਮਾ ਹੀ ਨਹੀਂ ਸਪਿਰਿਚੁਅਲ ਹੈਗਾ। ਇਹ ਮੈਨੂੰ ਨਹੀਂ ਲੱਗਦਾ ਇਹ ਪ੍ਰੇਅਰ ਕਰਦਾ ਹੋਊਗਾ, ਇਹਨੂੰ ਤਾਂ ਮੈਂ ਕਹਿਣਾ ਹੀ ਨਹੀਂ ਪ੍ਰੇਅਰ ਵਾਸਤੇ। ਸੋ ਲਾਈਕ ਸਮਥਿੰਗ ਯਾ। ਸੋ ਫਰਸਟ ਕੁਐਸਚਨ ਅਗੇਨ ਕਿ ਅਸੀਂ ਵਾਕਿਆ ਇਕੱਠੇ ਹੈਗੇ ਆ। ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਦੂਸਰੇ ਦੀ ਪੈਸੇ ਨਾਲ ਮਦਦ ਕਰਦੇ, ਜ਼ਰੂਰੀ ਨਹੀਂ ਹੈ। ਜਸਟ ਸਿੰਗਲ ਵਰਡ ਜਿਹੜਾ ਸ਼ਾਇਦ ਇੱਕ ਦੂਸਰੇ ਨਾਲ ਐਕਸਚੇਂਜ ਹੁੰਦਾ, ਉਹੀ ਵਰਡ ਬਹੁਤ ਇੰਪੋਰਟੈਂਸ ਰੱਖਦਾ ਵਾ। ਸੋ ਥੈਂਕ ਯੂ ਸੋ ਮਚ। ਹੋਪ ਅੱਜ ਦਾ ਇਹ ਵਚਨ ਸ਼ਾਇਦ ਅਸੀਂ ਇੰਜੋਏ ਕੀਤਾ ਹੋਏਗਾ। ਸ਼ਾਇਦ ਸਾਨੂੰ ਕੁਛ ਨਵਾਂ ਇਸ ਵਚਨ ਤੋਂ ਅੱਜ ਮਿਲਿਆ ਵਾ। ਇਸ ਪ੍ਰੇਅਰ ਮੀਟਿੰਗ ਨੂੰ ਲੈ ਕੇ ਖਾਸ ਕਰ ਕਿ ਪ੍ਰੇਅਰ ਮੀਟਿੰਗ ਬਹੁਤ ਇੰਪੋਰਟੈਂਸ ਰੱਖਦਾ, ਇਸੇ ਕਰਕੇ ਅਸੀਂ ਇਸ ਪ੍ਰੇਅਰ ਮੀਟਿੰਗ ਨੂੰ ਬੰਦ ਨਹੀਂ ਕਰਨਾ।